ਅੱਜ ਦੀ ਕਲਾਸ ਦੇ ਵਿੱਚ ਸਟੂਡੈਂਟਸ ਆਪਾਂ ਜੋ ਸਾਡਾ 10th ਕਲਾਸ ਦਾ 3rd ਚੈਪਟਰ ਹੈ ਦੋ ਚੱਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜੇ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ ਦੇ ਜੋ ਮੋਸਟ ਇੰਪੋਰਟੈਂਟ MCQ ਹੈ ਉਹਨਾਂ ਨੂੰ ਸੋਲਵ ਕਰਾਂਗੇ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਤਾਂ ਪਹਿਲਾ ਕੁਐਸਚਨ ਦੇਖੋ ਕੀ ਹੈ, ਇੱਕ ਰੇਖੀ ਸਮੀਕਰਨ ਜੋੜਾ ਜਿਸ ਦਾ ਕੋਈ ਹੱਲ ਨਹੀਂ ਹੁੰਦਾ ਉਸ ਦੀਆਂ ਰੇਖਾਵਾਂ ਹੁੰਦੀਆਂ ਹਨ। ਤਾਂ ਉਸ ਦਾ ਜਿਹੜਾ ਗ੍ਰਾਫ ਹੈ ਆਪਾਂ ਬੇਟਾ ਦੱਸਣਾ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹ ਆਪਸ ਵਿੱਚ ਕੱਟਦੀਆਂ ਹਨ ਜਾਂ ਸੰਪਾਤੀ ਹੁੰਦੀਆਂ ਜਾਂ ਸਮਾਂਤਰ ਜਾਂ ਸੰਗਤ। ਇੱਕ ਛੋਟਾ ਜਿਹਾ ਬੇਟਾ ਕਨਸੈਪਟ ਹੈ, ਆਓ ਆਪਾਂ ਪਹਿਲਾਂ ਇਹਨੂੰ ਸਿੱਖ ਲੈਂਦੇ ਹਾਂ। ਤਾਂ ਦੇਖੋ ਇੱਕ ਡਾਇਗਰਾਮ ਸਾਡੇ ਕੋਲੇ ਬਣਿਆ ਹੋਇਆ ਹੈਗਾ। ਜਦੋਂ ਸਾਡੇ ਕੋਲੇ ਸਮੀਕਰਨ ਜਿਹੜਾ ਜੋੜਾ ਹੁੰਦਾ ਹੈ ਉਹਦਾ ਜਿਹੜਾ ਗ੍ਰਾਫ ਬਣਦਾ ਹੈ ਦੋ ਸਟ੍ਰੇਟ ਲਾਈਨਸ ਬਣਦੀਆਂ, ਕਿਉਂਕਿ ਜਿਹੜੀ ਲੀਨੀਅਰ ਇਕੁਏਸ਼ਨ ਹੁੰਦੀ ਹੈ ਰੇਖੀ ਸਮੀਕਰਨ ਹੁੰਦੀ ਹੈ ਉਸ ਦਾ ਗ੍ਰਾਫ ਇੱਕ ਸਿੱਧੀ ਰੇਖਾ ਬਣਦਾ। ਤਾਂ ਸਾਡੇ ਕੋਲੇ ਰੇਖੀ ਸਮੀਕਰਨਾਂ ਦਾ ਜਿਹੜਾ ਜੋੜਾ ਹੁੰਦਾ ਉਸ ਦੇ ਵਿੱਚ ਦੋ ਸਮੀਕਰਨਾਂ ਹੁੰਦੀਆਂ, ਇਸ ਕਰਕੇ ਦੋ ਲਾਈਨਾਂ ਸਾਡਾ ਗ੍ਰਾਫ ਬਣੂਗਾ। ਜੇ ਤਾਂ ਦੇਖੋ ਪਹਿਲੀ ਪੋਜੀਸ਼ਨ ਹੈ ਜਿਹੜੀ ਸਾਡੇ ਕੋਲੇ ਲਾਈਨਾਂ ਇੱਕ ਪੁਆਇੰਟ ਦੇ ਉੱਪਰ ਕੱਟ ਰਹੀਆਂ, ਦੇਖੋ ਇੱਕ ਪੁਆਇੰਟ ਦੇ ਉੱਪਰ ਕੱਟ ਰਹੀਆਂ ਤਾਂ 1 ਪੁਆਇੰਟ ਕੀ ਹੈ ਦੋਨਾਂ ਲਾਈਨਾਂ ਦੇ ਵਿੱਚ ਕੋਮਨ ਹੈ, ਸਾਂਝਾ ਹੈ। ਤਾਂ ਉਦੋਂ ਸਮੀਕਰਨਾਂ ਦਾ ਕੀ ਹੁੰਦਾ ਹੈਗਾ ਵਨ ਸੋਲੂਸ਼ਨ ਜਾਂ ਯੂਨੀਕ ਸੋਲੂਸ਼ਨ। ਇਹਨੂੰ ਆਪਾਂ ਕਈ ਵਾਰ ਯੂਨੀਕ ਸੋਲੂਸ਼ਨ ਵੀ ਕਹਿ ਦਿੰਦੇ ਹਾਂ, ਯਾਨੀ ਇੱਕ ਵਿਲੱਖਣ ਹੱਲ ਪੰਜਾਬੀ ਮੀਡੀਅਮ ਦੇ ਵਿੱਚ। ਤਾਂ ਇੱਕ ਗੱਲ ਯਾਦ ਰੱਖਣਾ ਹੈ, ਜਦੋਂ ਸਮੀਕਰਨਾਂ ਦਾ ਗ੍ਰਾਫ ਇੰਟਰਸੈਕਟਿੰਗ ਲਾਈਨਸ ਹੋਊਗਾ ਯਾਨੀ ਕਾਟਵੀਆਂ ਰੇਖਾਵਾਂ ਹੋਊਗਾ, ਇਹਨੂੰ ਅਸੀਂ ਕੀ ਕਹਿੰਦੇ ਹਾਂ ਕਾਟਵੀਆਂ ਰੇਖਾਵਾਂ, ਉਦੋਂ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ ਯਾਨੀ ਯੂਨੀਕ ਸੋਲੂਸ਼ਨ ਹੁੰਦਾ ਹੈ। ਤਾਂ ਇੱਕ ਪਹਿਲੀ ਕਨਸੈਪਟ ਤਾਂ ਇਹ ਹੈ। ਦੂਸਰਾ ਤੁਸੀਂ ਦੇਖੋਗੇ ਦੋਨੋਂ ਲਾਈਨਾਂ ਜਿਹੜੀਆਂ ਪੈਰਲਲ ਹੈ, ਸਮਾਂਤਰ ਹੈ, ਦੋਨੋਂ ਲਾਈਨਾਂ ਕੀ ਹੈ ਪੈਰਲਲ। ਦੂਸਰੇ ਡਾਇਗਰਾਮ ਦੇ ਵਿੱਚ ਦੇਖੋ ਸਮਾਂਤਰ ਹੈਗੀਆਂ। ਸਮਾਂਤਰ ਰੇਖਾਵਾਂ ਜਿਹੜੀਆਂ ਹੁੰਦੀਆਂ ਉਹ ਕਿਸੇ ਪੁਆਇੰਟ ਤੇ ਨਹੀਂ ਮਿਲਦੀਆਂ, ਤਾਂ ਇੱਥੇ ਕੀ ਹੈ ਨੋ ਪੁਆਇੰਟ ਕੋਮਨ, ਤਾਂ ਕੋਈ ਪੁਆਇੰਟ ਕੋਮਨ ਨਹੀਂ ਹੈਗਾ, ਸਾਂਝਾ ਪੁਆਇੰਟ ਦੋਨਾਂ ਲਾਈਨਾਂ ਦੇ ਵਿੱਚ ਨਹੀਂ ਹੈਗਾ। ਯਾਨੀ ਇਹੋ ਜਿਹੀ x ਤੇ y ਦੀ ਕੋਈ ਵੈਲਿਊ ਨਹੀਂ ਹੈਗੀ ਜਿਹੜੀ ਦੋਨਾਂ ਸਮੀਕਰਨਾਂ ਨੂੰ ਸੰਤੁਸ਼ਟ ਕਰਦੀ ਹੋਵੇ ਜਾਂ ਸੈਟਿਸਫਾਈ ਕਰਦੀ ਹੋਵੇ। ਤਾਂ ਕਹਿਣ ਦਾ ਮਤਲਬ ਕੀ ਹੈ, ਉਦੋਂ ਸਮੀਕਰਨ ਜੋੜੇ ਦਾ ਕੀ ਹੁੰਦਾ ਹੈਗਾ ਹੱਲ ਨੋ ਸੋਲੂਸ਼ਨ, ਕੋਈ ਹੱਲ ਨਹੀਂ। ਤਾਂ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ, ਕੋਈ ਹੱਲ ਨਹੀਂ। ਤਾਂ ਜਦੋਂ ਗ੍ਰਾਫ ਕਈ ਵਾਰ ਇਸ ਤਰ੍ਹਾਂ ਦਾ ਬਣ ਜਾਂਦਾ ਹੈ, ਦੋਨੋਂ ਲਾਈਨਾਂ ਇੱਕ ਦੂਸਰੇ ਦੇ ਉੱਪਰ ਹੁੰਦੀਆਂ, ਦੇਖੋ ਇੱਕ ਬਲੂ ਲਾਈਨ ਜਿਹੜੀ ਹੈਗੀ ਆ ਉਹ ਰੈੱਡ ਲਾਈਨ ਦੇ ਉੱਪਰ ਹੈ ਤੀਸਰੇ ਡਾਇਗਰਾਮ ਦੇ ਵਿੱਚ। ਤਾਂ ਇਹਨਾਂ ਲਾਈਨਾਂ ਨੂੰ ਅਸੀਂ ਕਹਿੰਦੇ ਹਾਂ ਸੰਪਾਤੀ ਰੇਖਾਵਾਂ ਯਾਨੀ ਕੋਇਨਸੀਡੈਂਟ ਲਾਈਨਸ। ਜਦੋਂ ਇੱਕ ਰੇਖਾ ਦੂਸਰੀ ਰੇਖਾ ਦੇ ਬਿਲਕੁਲ ਉੱਪਰ ਹੁੰਦੀ ਹੈ ਤਾਂ ਉਦੋਂ ਦੋਨੋਂ ਸਮੀਕਰਨਾਂ ਦੇ ਵਿੱਚ ਤੁਸੀਂ ਦੇਖੋਗੇ ਕਿੰਨੇ ਪੁਆਇੰਟ ਕੋਮਨ ਹੈ, ਬਹੁਤ ਸਾਰੇ ਆ। ਦੇਖੋ ਜਿੰਨੇ ਪੁਆਇੰਟ ਵੀ ਇਹਨਾਂ ਦੋਨਾਂ ਲਾਈਨਾਂ ਦੇ ਉੱਪਰ ਹੋਣਗੇ ਉਹ ਸਾਰੇ ਦੇ ਸਾਰੇ ਪੁਆਇੰਟ ਹੀ ਕੀ ਹੋਣਗੇ ਕੋਮਨ ਹੋਣਗੇ। ਤਾਂ ਇੱਥੇ ਕਿੰਨੇ ਪੁਆਇੰਟ ਕੋਮਨ ਹੈ, ਇਨਫਾਈਨਾਈਟਲੀ ਮੈਨੀ ਪੁਆਇੰਟਸ। ਤਾਂ ਆਪਣੇ ਕੋਲੇ ਬਹੁਤ ਸਾਰੇ ਪੁਆਇੰਟ ਜਿਹੜੇ ਕੋਮਨ ਹੈ, ਇਸ ਕਰਕੇ ਇਸ ਸਮੀਕਰਨ ਜੋੜੇ ਦਾ ਕੀ ਹੋਊਗਾ ਬਹੁਤ ਸਾਰੇ ਇਹਦੇ ਕੀ ਹੋਣਗੇ ਸੋਲੂਸ਼ਨ ਹੋਣਗੇ, ਮੈਨੀ ਸੋਲੂਸ਼ਨ ਜੋ ਹੋਣਗੇ। ਤਾਂ ਯਾਨੀ ਇਹਨੂੰ ਅਸੀਂ ਬੋਲਦੇ ਹਾਂ ਅਨੇਕਾਂ ਹੱਲ। ਤਾਂ ਤਿੰਨ ਕੰਡੀਸ਼ਨਾਂ ਹੁੰਦੀਆਂ, ਇੱਕ ਵਿਲੱਖਣ ਹੱਲ ਦੇ ਲਈ ਕਾਟਵੀਆਂ ਰੇਖਾਵਾਂ ਸਾਡਾ ਗ੍ਰਾਫ ਬਣੂਗਾ, ਕੋਈ ਹੱਲ ਦੇ ਨਹੀਂ ਸਮਾਂਤਰ ਰੇਖਾਵਾਂ, ਔਰ ਅਨੇਕਾਂ ਹੱਲ ਯਾਨੀ ਮੈਨੀ ਸੋਲੂਸ਼ਨ ਦੇ ਲਈ ਕੀ ਹੋਊਗਾ ਸੰਪਾਤੀ ਰੇਖਾਵਾਂ ਯਾਨੀ ਕੋਇਨਸੀਡੈਂਟ ਲਾਈਨਸ। ਹੁਣ ਆਪਾਂ ਕੁਐਸਚਨ ਦੇ ਆਨਸਰ ਦਿੰਨੇ ਬੇਟਾ। ਤੁਸੀਂ ਦੇਖੋਗੇ ਪਹਿਲਾ ਕੁਐਸਚਨ ਸੀ ਜਿਹੜਾ ਸਾਡਾ ਉਹਦੇ ਵਿੱਚ ਕੀ ਸੀ ਕੋਈ ਹੱਲ ਨਹੀਂ। ਤਾਂ ਜਦੋਂ ਕੋਈ ਹੱਲ ਨਹੀਂ ਹੁੰਦਾ ਦੋਨੋਂ ਲਾਈਨਸ ਕੀ ਹੁੰਦੀਆਂ ਇੱਕ ਦੂਸਰੇ ਦੇ ਪੈਰਲਲ ਹੁੰਦੀਆਂ, ਸਮਾਂਤਰ ਹੁੰਦੀਆਂ। ਤਾਂ ਇਹਦਾ ਜਿਹੜਾ ਥਰਡ ਆਪਸ਼ਨ ਸੀ ਉਹ ਕੀ ਸੀਗਾ ਬੇਟਾ ਰਾਈਟ ਆਨਸਰ। ਤਾਂ ਅਗਲਾ ਕੁਐਸਚਨ ਦੇਖੋ, ਜੇਕਰ ਰੇਖੀ ਸਮੀਕਰਨ ਜੋੜੇ ਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ, ਜਾਨੀ ਹੁਣ ਕਾਟਵੀਆਂ ਰੇਖਾਵਾਂ ਇੱਕ ਬਿੰਦੂ ਦੇ ਉੱਪਰ ਕੀ ਆ ਉਹ ਕੱਟ ਰਹੀਆਂ ਹੈਗਾ। ਆਪਾਂ ਪਹਿਲਾਂ ਹੀ ਕਨਸੈਪਟ ਇਹ ਕਰਕੇ ਹਟੇ ਹਾਂ, ਜਦੋਂ ਇੱਕ ਪੁਆਇੰਟ ਦੇ ਉੱਪਰ ਦੋਨੋਂ ਲਾਈਨਾਂ ਕੱਟਦੀਆਂ ਕਾਟਵੀਆਂ ਰੇਖਾਵਾਂ ਹੁੰਦੀਆਂ ਤਾਂ ਇੱਕ ਪੁਆਇੰਟ ਕੋਮਨ ਹੁੰਦਾ ਹੈ, ਤਾਂ ਉਦੋਂ ਸਮੀਕਰਨ ਜੋੜੇ ਦਾ ਕੀ ਹੁੰਦਾ ਹੈਗਾ ਇੱਕ ਹੱਲ ਹੁੰਦਾ। ਤਾਂ ਇਹਦਾ ਜਿਹੜਾ ਆਨਸਰ ਕੀ ਹੋਊਗਾ ਸੈਕੰਡ ਕੁਐਸਚਨ ਦਾ ਫਸਟ ਆਪਸ਼ਨ ਸਾਡਾ ਕੀ ਹੋਊਗਾ ਰਾਈਟ ਆਨਸਰ ਹੋਊਗਾ। ਅਗਲਾ ਕੁਐਸਚਨ ਹੈ ਰੇਖੀ ਸਮੀਕਰਨ ਜੋੜੇ ਦਾ ਆਲੇਖ ਕਿਸ ਤਰ੍ਹਾਂ ਦਾ ਹੋਊਗਾ। ਹੁਣ ਸਾਡੇ ਕੋਲ ਜਿਹੜਾ ਕੁਐਸਚਨ ਹੈ ਉਸ ਦੇ ਵਿੱਚ ਸਾਨੂੰ ਪੁੱਛਿਆ ਗ੍ਰਾਫ ਕਿਸ ਤਰ੍ਹਾਂ ਦਾ ਬਣੇਗਾ, ਕੋਈ ਸਾਨੂੰ ਇਸ ਦੇ ਵਿੱਚ ਹੱਲ ਨਹੀਂ ਦਿੱਤਾ ਹੋਇਆ ਵੀ ਕਿਹੜਾ ਹੱਲ ਹੈ। ਤਾਂ ਇਸ ਦੇ ਲਈ ਅਸੀਂ ਅਨੁਪਾਤ ਦਾ ਸਹਾਰਾ ਲਵਾਂਗੇ। ਤਾਂ ਉਸ ਦੇ ਲਈ ਕੀ ਮੈਥਡ ਹੈਗਾ, ਦੇਖੋ ਪਹਿਲਾਂ ਅਸੀਂ ਸਮੀਕਰਨ ਜਿਹੜਾ ਜੋੜਾ ਉਸ ਨੂੰ ਲਿਖਦੇ ਹਾਂ। ਕੀ ਸੀ ਸਾਡੇ ਕੋਲ ਪਹਿਲੀ ਇਕੁਏਸ਼ਨ ਸੀ ਸਾਡੇ ਕੋਲ 2x + 3y = 9। ਉਸ ਤੋਂ ਬਾਅਦ ਜਿਹੜੀ ਦੂਸਰੀ ਸਮੀਕਰਨ ਸਾਡੇ ਕੋਲ ਉਹ ਹੈ 4x + 6y = 18।
ਸਭ ਤੋਂ ਪਹਿਲਾਂ ਆਪਾਂ ਵੈਲਿਊ ਫਾਈਂਡ ਕਰਦੇ ਹਾਂ A1 ਬਟਾ A2 ਪਹਿਲਾ ਅਨੁਪਾਤ, ਫਿਰ ਕੱਢਾਂਗੇ ਅਸੀਂ B1 ਬਟਾ B2, ਉਸ ਤੋਂ ਬਾਅਦ ਅਸੀਂ ਪਤਾ ਕਰਾਂਗੇ C1 ਬਟਾ C2। ਇਹ ਤਿੰਨੋਂ ਅਨੁਪਾਤ ਅਸੀਂ ਪਹਿਲਾਂ ਪਤਾ ਕਰਾਂਗੇ। A1 ਬਟਾ A2 ਕੀ ਹੁੰਦਾ, ਜਿਹੜੇ x ਦੇ ਗੁਣਾਂਕ ਹੈ ਪਹਿਲਾਂ ਉਹਨਾਂ ਨੂੰ ਡਿਵਾਈਡ ਕਰਨਾ 2/4, ਠੀਕ ਹੈ। ਇਸੇ ਤਰ੍ਹਾਂ B1 ਬਟਾ B2 ਕੀ ਹੋਊਗਾ, ਜਿਹੜੇ y ਦੇ ਗੁਣਾਂਕ ਹੈ 3/6। ਉਸ ਤੋਂ ਬਾਅਦ ਜਿਹੜੀ ਕੌਂਸਟੈਂਟ ਟਰਮਜ਼ ਹੈ ਦੋਨੋਂ ਇਕੁਏਸ਼ਨ ਦੇ ਵਿੱਚ 9 ਤੇ 18, ਇਹਨਾਂ ਨੂੰ ਡਿਵਾਈਡ ਕਰਨਾ। ਇਸ ਤਰੀਕੇ ਦੇ ਨਾਲ ਤੁਸੀਂ ਤਿੰਨੋਂ ਅਨੁਪਾਤ ਹੈ ਬੇਟਾ ਜਿਹੜੇ ਉਹ ਪਤਾ ਕਰ ਸਕਦੇ ਹੋ। ਦੇਖੋ ਇਹਨੂੰ ਕੈਂਸਲ ਕਰ ਦਿਓ, ਜੇ ਕੈਂਸਲ ਹੁੰਦਾ 2 × 2, 2 ਦੂਣੀ 4, ਇਹ ਆ ਗਿਆ 1/2। ਉਸ ਤੋਂ ਬਾਅਦ ਇਸੇ ਤਰ੍ਹਾਂ ਇੱਧਰ 3 × 3, 3 ਦੂਣੀ 6, ਇਹ ਵੀ ਆ ਗਿਆ 1/2। ਉਸ ਤੋਂ ਬਾਅਦ 9 × 9, 9 ਦੂਣੀ 18, 1/2। ਤਾਂ ਦੇਖੋ ਤਿੰਨੋਂ ਅਨੁਪਾਤ ਕੀ ਹੈਗੇ, ਬਰਾਬਰ ਹੈ, 1/2 1/2 ਹੀ ਆ ਰਿਹਾ ਸਾਰੇ ਕਿਤੇ, ਠੀਕ ਹੈ। ਤਾਂ ਇੱਕ ਇਹ ਛੋਟਾ ਜਿਹਾ ਇੱਕ ਕਨਸੈਪਟ ਹੈ, ਉਹ ਤੁਹਾਨੂੰ ਸਮਝਾ ਦਿੰਦੇ ਹਾਂ, ਉਸ ਨੂੰ ਤੁਸੀਂ ਬਾਅਦ ਦੇ ਵਿੱਚ ਬੇਟਾ ਯਾਦ ਵੀ ਰੱਖਣਾ। ਜੇ ਤਾਂ ਦੇਖੋ ਪਹਿਲੇ ਅਨੁਪਾਤ ਸਾਡੇ ਕੋਲੇ A1 ਬਟਾ A2 ਬਰਾਬਰ ਨਹੀਂ ਆਉਂਦਾ B1 ਬਟਾ B2, ਜੇ ਪਹਿਲੇ ਦੋ ਅਨੁਪਾਤ ਬਰਾਬਰ ਨਾ ਹੋਣ ਤਾਂ ਉਦੋਂ ਸਾਡੇ ਕੋਲ ਯੂਨੀਕ ਸੋਲੂਸ਼ਨ ਹੁੰਦਾ ਹੈ, ਯਾਨੀ ਇੱਕ ਵਿਲੱਖਣ ਹੱਲ ਹੁੰਦਾ ਹੈ, ਇੱਕ ਵਿਲੱਖਣ ਹੱਲ, ਠੀਕ ਹੈ। ਔਰ ਜੇਕਰ ਮੰਨ ਲਓ ਪਹਿਲੇ ਦੋ ਸਾਡੇ ਕੋਲੇ ਅਨੁਪਾਤ ਬਰਾਬਰ ਹੈ, ਤੀਸਰਾ ਜਿਹੜਾ ਅਨੁਪਾਤ ਹੈ C1 ਬਟਾ C2 ਉਹ ਬਰਾਬਰ ਨਹੀਂ ਹੈ, ਤਾਂ ਉਦੋਂ ਕੀ ਹੋਊਗਾ, ਕੋਈ ਹੱਲ ਨਹੀਂ, ਕੋਈ ਹੱਲ ਨਹੀਂ, ਨੋ ਸੋਲੂਸ਼ਨ। ਇਸ ਨੂੰ ਅਸੀਂ ਕੀ ਕਹਿੰਦੇ ਆ, ਨੋ ਸੋਲੂਸ਼ਨ। ਜੇ ਮੰਨ ਲਓ ਸਾਰੇ ਹੀ ਬਰਾਬਰ ਹੈ, A1 ਬਟਾ A2 ਬਰਾਬਰ B1 ਬਟਾ B2 ਔਰ ਬਰਾਬਰ C1 ਬਟਾ C2, ਤਾਂ ਇੱਥੇ ਜਿਹੜਾ ਸਾਡੇ ਕੋਲੇ ਹੋਊਗਾ ਅਨੇਕਾਂ ਹੱਲ, ਮੈਨੀ ਸੋਲੂਸ਼ਨ। ਤਾਂ ਇਹ ਗੱਲ ਨੂੰ ਬੇਟਾ ਤੁਸੀਂ ਯਾਦ ਰੱਖਣਾ, ਮੈਨੀ ਸੋਲੂਸ਼ਨਜ਼। ਤਾਂ ਹੁਣ ਸਾਡੇ ਕੋਲੇ ਜਿਹੜਾ ਤੁਸੀਂ ਦੇਖਿਆ ਸਾਰੇ ਹੀ ਅਨੁਪਾਤ ਬਰਾਬਰ ਆਏ ਸੀ ਇਸ ਕੁਐਸਚਨ ਦੇ ਵਿੱਚ, ਤਾਂ ਇਸ ਸਮੀਕਰਨ ਦੇ ਕੀ ਹੋਣਗੇ, ਅਨੇਕਾਂ ਹੱਲ ਹੋਣਗੇ। ਜਦੋਂ ਕਿਸੇ ਸਮੀਕਰਨ ਜੋੜੇ ਦਾ ਕੋਈ ਨਾ ਕੋਈ ਹੱਲ ਹੁੰਦਾ, ਚਾਹੇ ਉਹ ਇੱਕ ਵਿਲੱਖਣ ਹੱਲ ਹੋਵੇ ਚਾਹੇ ਅਨੇਕਾਂ ਹੱਲ ਹੋਣ, ਜਾਣੀ ਇਹ ਦੋਨੋਂ ਕੰਡੀਸ਼ਨ 'ਚ ਜਦੋਂ ਹੁੰਦੀਆਂ ਉਦੋਂ ਜਿਹੜਾ ਸਾਡਾ ਸਮੀਕਰਨ ਜੋੜਾ ਹੁੰਦਾ ਹੈ ਉਹ ਸੰਗਤ ਹੁੰਦਾ ਹੈ, ਜਿਹਨੂੰ ਅਸੀਂ ਕੰਸਿਸਟੈਂਟ ਕਹਿੰਦੇ ਇੰਗਲਿਸ਼ ਦੇ ਵਿੱਚ, ਕੰਸਿਸਟੈਂਟ। ਔਰ ਜਦੋਂ ਸਾਡੇ ਕੋਲੇ ਕੋਈ ਹੱਲ ਨਹੀਂ ਹੁੰਦਾ ਇਸ ਕੰਡੀਸ਼ਨ ਦੇ ਵਿੱਚ, ਇਸ ਨੂੰ ਕਹਿੰਦੇ ਅਸੀਂ ਸਮੀਕਰਨ ਜੋੜਾ ਅਸੰਗਤ, ਯਾਨੀ ਇਨਕਨਸਿਸਟੈਂਟ। ਤਾਂ ਇਸ ਗੱਲ ਨੂੰ ਵੀ ਬੇਟਾ ਤੁਸੀਂ ਯਾਦ ਰੱਖਣਾ। ਤਾਂ ਇਹ ਸਾਡੇ ਕੋਲੇ ਛੋਟਾ ਜਿਹਾ ਇੱਕ ਕਨਸੈਪਟ ਸੀ, ਇੱਕ ਟੌਪਿਕ ਸੀ, ਜਿਹੜਾ ਉਮੀਦ ਕਰਦੇ ਤੁਹਾਨੂੰ ਸਮਝ ਆ ਗਿਆ ਹੋਊਗਾ। ਦੁਬਾਰਾ ਮੈਂ ਰਿਪੀਟ ਕਰ ਦਿੰਦਾ, ਜੇ ਪਹਿਲੇ ਦੋਨੋਂ ਅਨੁਪਾਤ ਬਰਾਬਰ ਨਾ ਹੋਣ ਤਾਂ ਇੱਕ ਵਿਲੱਖਣ ਹੱਲ ਹੁੰਦਾ ਹੈ, ਜੇ ਤਿੰਨੋਂ ਅਨੁਪਾਤ ਬਰਾਬਰ ਹੋਣ ਤਾਂ ਅਨੇਕਾਂ ਹੱਲ ਹੁੰਦੇ ਆ, ਜੇ ਪਹਿਲੇ ਦੋ ਬਰਾਬਰ ਹੈ ਔਰ ਤੀਸਰਾ ਬਰਾਬਰ ਨਹੀਂ ਹੈ ਤਾਂ ਕੋਈ ਹੱਲ ਨਹੀਂ ਹੁੰਦਾ। ਤਾਂ ਉਹ ਚੱਲਦੇ ਆਪਾਂ ਹੁਣ ਉਸ ਕੁਐਸਚਨ ਤੇ ਜਿਹੜਾ ਅਸੀਂ ਕਰਨਾ ਸੀ। ਹੁਣ ਆਪਾਂ ਇਹ ਕਨਸੈਪਟ ਸਿੱਖ ਲਿਆ, ਤਾਂ ਜਿੰਨੇ ਵੀ ਇਸ ਤਰ੍ਹਾਂ ਦੇ ਕੁਐਸਚਨ ਹੋਣਗੇ ਆਪਾਂ ਬੜੀ ਈਜ਼ੀਲੀ ਕਰ ਸਕਦੇ ਹਾਂ। ਹੁਣ ਦੇਖੋ ਅਸੀਂ ਜਦੋਂ ਅਨੁਪਾਤ ਪਤਾ ਕੀਤਾ, ਦੇਖੋ ਤਿੰਨੋਂ ਅਨੁਪਾਤ ਬਰਾਬਰ ਸੀ, ਤਾਂ ਜਦੋਂ ਤਿੰਨੇ ਅਨੁਪਾਤ ਬਰਾਬਰ ਹੁੰਦੇ ਆ ਉਦੋਂ ਸਮੀਕਰਨ ਜੋੜੇ ਦੇ ਕੀ ਹੁੰਦੇ ਆ, ਅਨੇਕਾਂ ਹੱਲ ਹੁੰਦੇ ਆ। ਤਾਂ ਸਾਡਾ ਜਿਹੜਾ ਥਰਡ ਕੁਐਸਚਨ ਸੀ ਉਸ ਦਾ ਜਿਹੜਾ ਆਨਸਰ ਹੋਊਗਾ ਉਹ ਕੀ ਹੋਊਗਾ, ਅਨੇਕਾਂ ਹੱਲ ਦੇ ਲਈ ਜਿਹੜੀਆਂ ਰੇਖਾਵਾਂ ਹੋਣਗੀਆਂ ਕੀ ਹੋਣਗੀਆਂ, ਸੰਪਾਤੀ। ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਜਦੋਂ ਇੱਕ ਹੱਲ ਹੁੰਦਾ ਉਦੋਂ ਕਾਟਵੀਆਂ ਰੇਖਾਵਾਂ ਹੁੰਦੀਆਂ, ਜਦੋਂ ਕੋਈ ਹੱਲ ਨਹੀਂ ਹੁੰਦਾ ਉਦੋਂ ਸਮਾਂਤਰ ਰੇਖਾਵਾਂ ਹੁੰਦੀਆਂ, ਔਰ ਅਨੇਕਾਂ ਹੱਲ ਦੇ ਲਈ ਕੀ ਹੁੰਦੀਆਂ, ਸੰਪਾਤੀ ਰੇਖਾਵਾਂ। ਦਾ ਜਿਹੜਾ ਥਰਡ ਆਪਸ਼ਨ ਹੈ ਉਹ ਕੀ ਹੈਗਾ, ਰਾਈਟ ਆਨਸਰ ਹੈ। ਅਗਲਾ ਸਾਡਾ ਕੁਐਸਚਨ ਹੈ, ਜੇਕਰ ਸਮੀਕਰਨਾਂ ਦੋ ਸਮੀਕਰਨਾਂ ਸਾਨੂੰ ਦਿੱਤੀਆਂ ਹੋਈਆਂ ਤਾਂ ਇੱਕ ਹੱਲ ਹੋਵੇ ਤਾਂ ਸਾਨੂੰ ਕਿਹਾ ਹੋਇਆ ਉਹਦਾ ਹੱਲ ਕੀ ਹੈਗਾ, ਇੱਕ ਹੱਲ ਹੈ ਯਾਨੀ ਯੂਨੀਕ ਸੋਲੂਸ਼ਨ ਹੈ। ਤਾਂ ਕੇ ਦਾ ਮੁੱਲ ਪਤਾ ਕਰੋ। ਤਾਂ ਪਹਿਲੀ ਗੱਲ ਸਾਡੇ ਕੋਲੇ ਜਿਹੜੀਆਂ ਦੋਨੋਂ ਇਕੁਏਸ਼ਨ ਜੇ ਆਪਾਂ ਪਹਿਲਾਂ ਉਹਨਾਂ ਨੂੰ ਲਿਖਦੇ ਹਾਂ। ਪਹਿਲੀ ਇਕੁਏਸ਼ਨ ਦੇਖੋ ਕੀ ਹੈ, kx - y ਬਰਾਬਰ 2, ਔਰ ਦੂਸਰੀ ਜਿਹੜੀ ਸਮੀਕਰਨ ਸਾਡੇ ਕੋਲੇ ਉਹ ਹੈ 6x - 2y ਬਰਾਬਰ 3। ਤਾਂ ਸਾਨੂੰ ਕਿਹਾ ਹੋਏਗਾ ਇੱਕ ਹੱਲ ਹੈ ਯਾਨੀ ਇੱਕ ਯੂਨੀਕ ਸੋਲੂਸ਼ਨ ਹੈ। ਤਾਂ ਇੱਕ ਹੱਲ ਕਦੋਂ ਹੁੰਦਾ ਹੈਗਾ, ਜਦੋਂ A1 ਬਟਾ A2 ਪਹਿਲੇ ਦੋ ਅਨੁਪਾਤ ਆ ਜਿਹੜੇ ਉਹ ਬਰਾਬਰ ਨਹੀਂ ਹੁੰਦੇ, A1 ਬਟਾ A2 B1 ਬਟਾ B2 ਦੇ ਬਰਾਬਰ
नहीं ਹੁੰਦਾ। ਇੱਥੇ ਜਿਹੜਾ a1 ਬਟਾ a2 ਹੋਊਗਾ ਉਹ ਕੀ ਹੋਊਗਾ x ਦੇ ਗੁਣਾਂਕ k ਬਟਾ 6, ਇਹ ਕਿਸ ਦੇ ਬਰਾਬਰ ਨਹੀਂ ਹੈਗਾ। ਇੱਥੇ ਕੀ ਹੈ ਸਾਡੇ ਕੋਲੇ ਜਿਹੜੇ y ਦੇ ਗੁਣਾਂਕ -1 ਬਟਾ -2, देखो माइनस ना माइनस कट गया, 2 एकम 2, 2 3 6 इधर कट गया, क्रॉस मल्टीप्लाई कर दो, के किस दे बराबर नहीं हैगा, के दी देखो 1 ना गुणा होगी इधर, 3 दी इधर गुणा हो जूगी, 3 एकम 3, तो के किस दे बराबर नहीं होना चाहिए 3 दे। तो साडा जिहड़ा आंसर है सैकेंड ऑप्शन साडा राइट आंसर है। तो अगला प्रश्न देखो, इनू बेटा स्क्रीनशॉट ले लो या नोट डाउन कर लो। अगला क्वेश्चन है, जेकर एक पॉइंट है 6K और जी साढ़े को समीकरण दी हुई है 3x + y = y का एक ही हल होवे। तो पहला वाले क्वेश्चन के बिल्कुल नाल दा क्वेश्चन ही ये, इत्थे थोड़ा जिहा डिफरेंट है, सानू हल दिता होया पॉइंट दिता होया, तो के का मुल पता करना। देखो जिहड़ा साढ़े को पॉइंट है ये इस समीकरण का हल है, यानी जिहड़ा पॉइंट हुंदा है साढ़े को पॉइंट है 6 और k, तो ये जी पहली वैल्यू है ये x की वैल्यू होंगी है और दूसरी जी वैल्यू है वो किस दी वैल्यू है y की। ये साढ़े को जिहड़ा हल दिता होया है सलूशन है, किहड़ी समीकरण का हल है ये, जिहड़ी सानू समीकरण दी हुई है। ये असी x की जगह पर 6 भर देंगे और y की जगह पर k भर देंगे, तो साढ़े को k की वैल्यू आ जाऊगी, क्योंकि हल सानू इत्थे दिता होया। x की जगह पर असी देखो 6 भरता और y की जगह पर k वैल्यू पुट करती, तो कितना आ गया देखो 6 × 18 गुणा करती असी प्लस k बराबर 22, 18 उधर जाके माइनस का हो गया, 22 चों 18 माइनस कर देंगे तो कितना बच गया साढ़े को 4, तो k की जी वैल्यू है कितनी होगी 4। तो ये साढ़े को पहला ऑप्शन इसका राइट आंसर है। अगला प्रश्न देखो, रेखी समीकरणों के जोड़े, रेखी समीकरण सानू दी हुई है, x बराबर a और y बराबर b का आलेख किस तरह का होगा, ये सानू पूछा होया। एक आप लाइन ड्रॉ करते हैं, मान लो ये साढ़े को एक x एक्सिस है और एक साढ़े को हैगी है y एक्सिस, असी दोनों लाइन ड्रॉ कर लिया, एक साढ़े को x तुर है और दूसरा है साढ़े को y तुर है, जिन्होंने असी y एक्सिस कहने। जिहड़ियां साढ़े को x = कोई लाइन होंदी है, x = a, वो पहला वाली वीडियो भी बेटा मैं डिस्कस किया होया, वो परपेंडिकुलर होंगे, यानी की होंगे वर्टिकल लाइन जो होंगे इस तरीके नाल होंगे, एक्स एक्सिस के उपर की होंगे परपेंडिकुलर होंगे। मान लो साढ़े को लाइन है, एक मैं लाइन ड्रॉ कर रहा, ये जी लाइन है ये कि लाइन होगी x = a, वर्टिकल लाइन होगी, खड़मी रेखा होगी, किते भी बन सकती हो, तुसीं किते भी ड्रॉ कर सकते हो इस तरीके नाल इसनूं, ठीक है। वो जी साढ़े को y = कोई लाइन होंदी है, जिवें y = b, वो जी साढ़े को रेखा होगी वो होरीजेंटल लाइन होगी, लेट भी रेखा होगी, इस तरीके नाल तुसीं लेट भी रेखा जिथे भी तुसीं इसनूं बना सकते हो। तो ये गल नूं याद रखना है, जी x = कोई लाइन होंदी है वो एक वर्टिकल लाइन होंदी है, खड़वी रेखा होंदी है, और y = समथिंग जी कोई लाइन होंदी है वो एक होरीजेंटल लाइन होंदी है, लेट भी रेखा होंदी है, एक्स एक्सिस दे समांतर होंदी है, एक्स तुरे दे समांतर होंदी। हुण जे तुसीं देखो दोनों लाइनां जिहड़ियां असीं ड्रॉ कीतियां सी वो एक पॉइंट के उपर कट रही हैं, ये किहड़ा पॉइंट होगा a और b, इस पॉइंट ते x की वैल्यू a होगी और y की वैल्यू की होगी b होगी। तो साडा जिहड़ा आंसर होगा कि होगा बिंदु a b ते कटेगा, b a ते कटेगा नहीं होगा, क्यों जिहड़ी x की वैल्यू है वो a है और y की वैल्यू b है। तो थर्ड ऑप्शन साडा की हैगा राइट आंसर है। तो चलते हैं नैक्सट क्वेश्चन ते। अगला साढ़े को देखो प्रश्न है, डायग्राम बनया हुआ है। तो क्वेश्चन की है, दिते चित्र तो रेखी समीकरणों के जोड़े, दो समीकरणों के साढ़े को जोड़े है। तो पहली समीकरण x - 2y = 0 और जी अगली समीकरण है 3x + 4y = v का हल की होगा। तो देखो ग्राफ बनया हुआ है, ग्राफ नूं देख के ही दसना है भी समीकरण जोड़े का ग्राफ जोड़ा हल है वो की होगा, जिथे दो लाइनां कटदियां उही साडा की हुंदा है हल हुंदा है। जे हुण तुसीं ध्यान नाल बेटा देखो, मैं जूम कर रहा गा, जिहड़ा साडे कोले ग्राफ हैगा वो पॉइंट जिहड़ा क्यू पॉइंट है इस पॉइंट के उपर कट रहेगा। जिहड़ा पॉइंट है पॉइंट की है 4 और 2, तो इस पॉइंट के उपर जिहड़ा ग्राफ कट रहा, तो यही इहदा की हल है, एक यूनीक सलूशन यानी एक हल इस समीकरण जोड़े का हैगा। तो साडा जिहड़ा आंसर होगा, देखो चारों साडे कोले जिहड़े ऑप्शन है वो दिते हुए है, इन्हां जे असीं ऑप्शन नूं देखते हैं
ਤਾਂ 4 2 ਜਿਹੜਾ ਆਪਸ਼ਨ ਆ ਉਹ ਲਾਸਟ ਦੇ ਵਿੱਚ ਸਾਨੂੰ ਦਿੱਤਾ ਹੋਇਆ, ਇਹੀ ਸਾਡਾ ਕੀ ਹੈਗਾ ਰਾਈਟ ਆਨਸਰ। ਅਗਲਾ ਪ੍ਰਸ਼ਨ ਸਾਡੇ ਕੋਲ ਹੈ ਪੀ ਦੇ ਕਿਹੜੇ ਮੁੱਲ ਦੇ ਲਈ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੈ। ਇਹ ਪਹਿਲਾਂ ਵੀ ਆਪਾਂ ਕੁਐਸਚਨ ਕੀਤਾ ਸੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਕਈ ਵਾਰ ਐਗਜ਼ਾਮ ਦੇ ਵਿੱਚ ਇਹ ਤਰ੍ਹਾਂ ਦਾ ਕੁਐਸਚਨ ਆ ਚੁੱਕੇ ਆ। ਤਾਂ ਅਸੀਂ ਪਹਿਲਾਂ ਕੀ ਕਰਦੇ ਹਾਂ, ਦੋਨੋਂ ਸਮੀਕਰਨਾਂ ਨੂੰ ਨੋਟ ਡਾਊਨ ਕਰ ਲੈਂਦੇ ਹਾਂ। 4x + py + 8 = 0। ਪਹਿਲਾ ਸਾਡੇ ਕੋਲ ਸਮੀਕਰਨ ਇਹ ਸੀ। ਦੂਸਰੀ ਜਿਹੜੀ ਸਾਡੇ ਕੋਲ ਸਮੀਕਰਨ ਹੈ 2x + 2y + 2 = 0। ਤਾਂ ਸਾਨੂੰ ਕਿਹਾ ਹੋਇਆ ਇੱਕ ਵਿਲੱਖਣ ਹੱਲ, ਇੱਕ ਯੂਨੀਕ ਸੋਲੂਸ਼ਨ। ਇੱਕ ਯੂਨੀਕ ਸੋਲੂਸ਼ਨ ਦੇ ਲਈ ਕੀ ਹੁੰਦਾ ਹੈਗਾ, ਪਹਿਲੇ ਜਿਹੜੇ ਦੋ ਅਨੁਪਾਤ ਹੈ A1 / A2 ਉਹ ਬਰਾਬਰ ਨਹੀਂ ਹੋਣਾ ਚਾਹੀਦਾ ਕਿਸ ਦੇ, B1 / B2 ਦੇ। ਇੱਕ ਵਿਲੱਖਣ ਹੱਲ ਉਦੋਂ ਹੁੰਦਾ ਹੈ। ਤਾਂ ਹੁਣ ਅਸੀਂ ਇੱਥੋਂ ਅਨੁਪਾਤ ਦੇਖਦੇ ਹਾਂ ਕੀ ਆਊਗਾ। ਪਹਿਲਾ x ਦੇ ਗੁਣਾਂਕ ਸੀ 4 ਔਰ 2, 4/2, ਇਹ ਬਰਾਬਰ ਨਹੀਂ ਹੋਊਗਾ ਕਿਸ ਦੇ, P/2 ਦੇ। ਜਿਹੜੇ y ਦੇ ਗੁਣਾਂਕ ਸੀਗੇ ਸਾਡੇ ਕੋਲ P/2, ਆ ਦੇਖੋ x ਦੇ ਗੁਣਾਂਕ ਔਰ y ਦੇ ਗੁਣਾਂਕ, ਇਹਨਾਂ ਨੂੰ ਅਸੀਂ ਲੈ ਲਿਆ। ਹੁਣ ਕੱਟੋ, ਜੇ ਕੱਟੇ ਜਾਂਦੇ 2 ਦੂਣੀ 4, ਇਹ ਕੱਟਿਆ ਗਿਆ। ਜਾਂ ਅਸੀਂ ਦੂਸਰੇ ਤਰੀਕੇ ਨਾਲ ਵੀ ਕੱਟ ਸਕਦੇ ਸੀ, ਹੇਠਾਂ ਦੇਖੋ, ਹੇਠਾਂ 2 ਇੱਧਰਲੇ ਹੇਠਾਂ ਵਾਲੇ 2 ਨਾਲ ਕੱਟਿਆ ਗਿਆ। ਤਾਂ P ਕਿਸ ਦੇ ਬਰਾਬਰ ਨਹੀਂ ਹੋਣਾ ਚਾਹੀਦਾ, 4 ਦੇ ਬਰਾਬਰ ਨਹੀਂ ਹੋਣਾ ਚਾਹੀਦਾ। ਇਹ ਸਾਡਾ ਜਿਹੜਾ ਰਾਈਟ ਆਨਸਰ ਬਣਨਾ ਚਾਹੀਦਾ। ਤਾਂ ਦੇਖੋ ਸੈਕੰਡ ਆਪਸ਼ਨ ਦੇ ਵਿੱਚ ਤੁਹਾਨੂੰ ਧਿਆਨ ਨਾਲ ਦੇਖੋਗੇ ਤਾਂ P ≠ 4 ਦਿੱਤਾ ਹੋਇਆ ਹੈ, ਇਹੀ ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਦੇਖੋ, ਇਹ ਆਪਾਂ ਪਹਿਲਾਂ ਵੀ ਕੀਤਾ ਸੀ। ਇੱਕ ਪੁਆਇੰਟ ਦਿੱਤਾ ਹੋਇਆ ਹੈ, ਉਹ ਇਸ ਸਮੀਕਰਨ ਦਾ ਹੱਲ ਹੈ। ਤਾਂ K ਦੀ ਵੈਲਿਊ ਕੀ ਹੈ, ਜਦੋਂ ਪੁਆਇੰਟ ਦਿੱਤਾ ਹੁੰਦਾ ਹੈ ਇਹ ਵੈਲਿਊ ਜਸਟ ਇਸ ਇਕੁਏਸ਼ਨ ਦੇ ਵਿੱਚ ਅਸੀਂ ਪੁੱਟ ਕਰਨੀ ਹੈ। ਤਾਂ ਹੁਣ ਅਸੀਂ x ਦੀ ਜਗ੍ਹਾ 'ਤੇ 3 ਪੁੱਟ ਕਰਾਂਗੇ ਔਰ y ਦੀ ਜਗ੍ਹਾ 'ਤੇ k ਪੁੱਟ ਕਰ ਦਾਂਗੇ। -10 = ਕੀ ਹੋ ਗਿਆ 0। ਤਾਂ ਇੱਥੋਂ ਇਹਨੂੰ ਲਿਖਾਂਗੇ ਅਸੀਂ 3 ਦੂਣੀ 6 + k, ਆ ਜਿਹੜਾ -10 ਹੈ ਇਹਨੂੰ ਦੂਸਰੀ ਤਰਫ ਲੈ ਜਾਵਾਂਗੇ, ਉੱਧਰ ਜਾ ਕੇ ਕੀ ਹੋ ਜੂ ਇਹ ਪਲੱਸ। ਅਗਲੇ ਸਟੈਪ ਦੇ ਵਿੱਚ ਅਸੀਂ ਕੀ ਕਰਦੇ ਹਾਂ, ਜਿਹੜਾ 6 ਹੈ ਇਹਨੂੰ ਪਰਲੀ ਸਾਈਡ ਲੈ ਜਾਂਦੇ ਹਾਂ, ਉੱਧਰ ਜਾ ਕੇ ਮਾਈਨਸ ਦਾ ਹੋ ਜੂ। 10 ਤੋਂ 6 ਘਟਾਏ ਕਿੰਨਾ ਆ ਗਿਆ 4। ਤਾਂ ਸਾਡਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਹੈ, ਕੇ ਦੀ ਵੈਲਿਊ ਕਿੰਨੀ ਹੈ ਸਾਡੇ ਕੋਲ 4, ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਤਾਂ ਸਾਡਾ ਦੇਖਾਂਗੇ ਅਸੀਂ ਸੀ ਆਪਸ਼ਨ ਦੇ ਵਿੱਚ ਸਾਨੂੰ ਇਹ ਮਿਲ ਰਿਹਾ ਹੈਗਾ। ਤਾਂ ਇਹੀ ਸਾਡਾ ਬੇਟਾ ਕੀ ਹੈਗਾ ਰਾਈਟ ਆਨਸਰ। ਅਗਲਾ ਪ੍ਰਸ਼ਨ ਫੇਰ ਸੇਮ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਕੇ ਦੀ ਜਿਹੜੀ ਵੈਲਿਊ ਹੈ ਉਸ ਦੇ ਲਈ ਅਸੀਂ ਦੱਸਣਾ ਹੈ ਵਿਲੱਖਣ ਹੱਲ ਦੇ ਲਈ ਕੀ ਹੋਊਗੀ। ਤਾਂ ਉਸ ਦੇ ਲਈ ਅਸੀਂ ਸਿਰਫ ਅਨੁਪਾਤ ਹੀ ਬਰਾਬਰ ਕਰਨੇ ਆ। ਪਹਿਲਾਂ x ਦਾ ਗੁਣਾਂਕ ਲਏ ਅਸੀਂ 3 ਔਰ 6, ਉਹ ਬਰਾਬਰ ਨਹੀਂ ਹੋਣੇ ਚਾਹੀਦੇ। ਇੱਕ ਵਿਲੱਖਣ ਹੱਲ ਕਦੋਂ ਹੁੰਦਾ ਹੈ, ਪਹਿਲਾਂ ਵੀ ਦੱਸਿਆ ਸੀ, A1 / A2 ਬਰਾਬਰ ਨਹੀਂ ਹੋਣਾ ਚਾਹੀਦਾ ਕਿਸ ਦੇ, B1 / B2 ਦੇ। ਯਾਨੀ ਪਹਿਲਾਂ x ਦੇ ਅਸੀਂ ਕੋਫੀਸ਼ੀਐਂਟ ਗੁਣਾਂਕ ਲੈਣੇ ਆ, ਫਿਰ y ਦੇ ਲੈ ਲਏ। y ਦਾ ਪਹਿਲੀ ਸਮੀਕਰਨ 'ਚ 1 ਸੀ, ਦੂਸਰੀ 'ਚ ਕਿੰਨਾ -k। ਤਾਂ ਇਹਨਾਂ ਨੂੰ ਅਸੀਂ ਕੈਂਸਲ ਕਰਦੇ ਹਾਂ। ਦੇਖੋ 3 × 3, 3 ਦੂਣੀ 6, ਕ੍ਰੋਸ ਮਲਟੀਪਲਾਈ ਕਰ ਦਿਓ, -k ਦੀ 1 ਨਾਲ ਗੁਣਾ ਹੋ ਜੂਗੀ ਔਰ 2 ਦੀ ਵੀ 1 ਨਾਲ ਗੁਣਾ, 2 × 2। ਤਾਂ ਮਾਈਨਸ ਉੱਧਰ ਲੈ ਜਾਓ, k ਕਿਸ ਦੇ ਇਕੁਅਲ ਨਹੀਂ ਹੋਣਾ ਚਾਹੀਦਾ -2 ਦੇ। ਤਾਂ ਸੈਕੰਡ ਆਪਸ਼ਨ ਸਾਡਾ ਕੀ ਹੈਗਾ ਰਾਈਟ ਆਨਸਰ ਹੈ। ਅਗਲਾ ਕੁਐਸਚਨ ਸਾਡੇ ਕੋਲੇ ਫੇਰ ਪੁਆਇੰਟ ਦਿੱਤਾ ਹੋਇਆ ਹੈ, ਸਮੀਕਰਨ ਦਿੱਤੀ ਹੋਈ ਹੈ, ਇਹਦੇ ਵਿੱਚ ਅਸੀਂ ਪੁੱਟ ਕਰਨਾ ਹੈ। x ਦੀ ਵੈਲਿਊ ਅਸੀਂ 2 ਭਰਤੀ, ਉਸੇ ਤਰ੍ਹਾਂ y ਦੀ ਵੈਲਿਊ k ਭਰਤੀ। ਇਸ ਤਰ੍ਹਾਂ ਦੇ ਕਈ ਕੁਐਸਚਨ ਬੇਟਾ ਮੈਂ ਲਏ ਹੈ ਤਾਂ ਕਿ ਤੁਹਾਡੀ ਜਿਹੜੀ ਪ੍ਰੈਕਟਿਸ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਹੋ ਜੇ, ਕਿਉਂਕਿ ਇਹੀ ਕੁਐਸਚਨ ਸਾਡੇ ਕੋਲ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਸਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। 3 ਦੂਣੀ 6 + k -12 = 0। ਔਰ ਜਿਹੜਾ 12 ਉੱਧਰ ਜਾ ਕੇ ਪਲੱਸ ਹੋ ਗਿਆ ਔਰ 6 ਹੈ ਜਿਹੜਾ ਉੱਧਰ ਜਾ ਕੇ ਕਾਹਦਾ ਹੋ ਜਾਊਗਾ ਮਾਈਨਸ ਦਾ। ਪਰਲੀ ਸਾਈਡ ਆਪਾਂ ਲੈ ਕੇ ਜਦੋਂ ਬਰਾਬਰ ਤੋਂ ਦੂਸਰੇ ਪਾਸੇ ਲੈ ਕੇ ਜਾਂਦੇ ਤਾਂ ਸਾਈਨ ਕੀ ਹੋ ਜਾਂਦੇ ਆ, ਚੇਂਜ ਹੋ ਜਾਂਦੇ ਆ। 12 ਚੋਂ 6 ਘਟਾਏ ਕਿੰਨਾ ਆ ਗਿਆ 6। ਤਾਂ k ਦੀ ਜਿਹੜੀ ਵੈਲਿਊ ਕਿੰਨੀ ਹੈ 6 ਹੈ। ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ। ਅਗਲਾ ਸਾਡਾ ਕੁਐਸਚਨ ਵਿਲੱਖਣ ਹੱਲ ਵਾਲਾ ਹੈ। ਇਹ ਦੋਨੋਂ ਕੁਐਸਚਨ ਬੇਟਾ ਜਿਹੜੇ 12th ਔਰ 13th ਇਹਦੀ ਜਿਹੜਾ ਸਕਰੀਨਸ਼ਾਟ ਲੈ ਲਓ ਔਰ ਇਹਦਾ ਜਿਹੜਾ ਤੁਹਾਡਾ ਆਨਸਰ ਹੈ ਤੁਸੀਂ ਆਪਣੇ ਆਪ ਬੇਟਾ ਇਹਨਾਂ ਨੂੰ ਸੋਲਵ ਕਰਨਾ ਹੈ, ਤੁਹਾਡੀ ਪ੍ਰੈਕਟਿਸ ਦੇ ਲਈ ਹੈ। 2 ਕੁਐਸਚਨ ਤੁਹਾਡੇ ਲਈ ਮੈਂ ਇਹ ਛੱਡ ਰਿਹਾਗਾ, ਠੀਕ ਹੈ। ਇਹਦੀ ਤੁਸੀਂ ਪ੍ਰੈਕਟਿਸ ਕਰਨੀ ਹੈ। ਆਪਾਂ ਜਿੰਨੇ ਵੀ ਕੁਐਸਚਨ ਕੀਤੇ ਬਿਲਕੁਲ ਇਹਦੇ ਨਾਲ ਮਿਲਦੇ ਜੁਲਦੇ ਸੀਗੇ। ਅਗਲਾ ਕੁਐਸਚਨ ਦੇਖਦੇ ਹਾਂ ਆਪਾਂ ਹੁਣ। ਉਸ ਤੋਂ ਬਾਅਦ 14th ਕੁਐਸਚਨ ਦੇਖੋ ਕੀ ਹੈ, ਸਮੀਕਰਨਾਂ x + y = 14 ਔਰ x - y = 4 ਵਿੱਚ x ਅਤੇ y ਦਾ ਮੁੱਲ ਕੀ ਹੋਵੇਗਾ। ਇਹਨਾਂ ਅਸੀਂ ਸਮੀਕਰਨਾਂ ਨੂੰ ਹੱਲ ਕਰਨਾ ਹੈਗਾ।
पहली समीकरण साडे कोल हैगी x प्लस वाई बराबर 14, दूसरी है x माइनस वाई बराबर 4। हुण जे असीं देखोगे इन्हां समीकरणों नूं असीं जोड़ दईए दोनों नूं, प्लस दा वाई माइनस दे वाई नाल कट गया, एक्स ते एक्स नूं जोड़ांगे हो गया 2x, 14 ते 4 नूं जोड़ांगे बन गया 18 और एक्स की वैल्यू आ गई 18/2। 2 उधर बटे चला गया, इनू कट दो, 2 9 18, तो एक्स की वैल्यू कितनी आई 9। तो देखो जेडे ऑप्शन च एक्स की वैल्यू 9 होगी वो साडा आंसर होगा। देखो पहले च 10 है, ए भी है नहीं, ए भी है नहीं गा, इतने वाई की वैल्यू 9 है, एक्स की वैल्यू 5 है और आ साडा जिहड़ा आंसर है वो हो सकता है। हुण आपां चैक करते हैं वाई की वैल्यू। आपां की करते हैं दोनों इक्वेशन नूं मैं दोबारा लिख लैना, ਜਾਂ एक समीकरण एक्स की जी वैल्यू आ गई सी आप एक समीकरण के भर सकते हैं। ये भी साढ़े को मैथड हैगा। साढ़े को पहली समीकरण से एक्स प्लस वाई बराबर 14, एक्स की वैल्यू सूँ पता चल चुकी है 9 है, असी इतने मुल भर देने, एक्स की वैल्यू असी कितनी भरती 9 प्लस वाई बराबर 14 और उस तो बाद की करांगे 9 नूं उधरली साइड लैके जावांगे तो की हो जाऊगा माइनस का 14 चों 9 घटाए कितने आ गए 5। तो वाई की जी वैल्यू है, वाई का मुल है कितना आ गया 5 आ गया। तो तुसीं देखो सैकेंड ऑप्शन दे विच दोनों सही है, यही साडा राइट आंसर है। अगला प्रश्न देखो, दो समीकरण सानूं दित्तियां हुई हैं, असी दसना है जिहड़ा इहदा हल है वो किस तरह का होगा। पहली समीकरण है जिहड़ी थोड़ा जिहा इत्थे मिसप्रिंट है, इनू बेटा इत्थे माइनस का साइन है 3x माइनस वाई, 3x माइनस वाई बराबर 3। उस तो बाद है दूसरी जी समीकरण है 9x माइनस 3y बराबर 9। पहला असी देखो पहला अनुपात A1/A2 कितना आ गया 3/9, दूसरा जो अनुपात -1/3, तीसरा जो अनुपात वो भी 3/9। इनू कटते हैं आप -1/-3 सी, ठीक है। सारे जोड़े पहला अनुपात से आप उन्होंने बटे लगा लिया, A1/A2, B1/B2 और C1/C2 जिमें आप पहले वाले क्वेश्चन किया। इनू कट्टिया 3 एकम 3, 3 तीए 9, ये आ गया 1/3, माइनस नाल माइनस कैंसल हो गई, ये भी आ गया 1/3, इनू भी कैंसल करो 3 एकम 3, 3 3 9, ये भी आ गया 1/3। जो तीनों अनुपात बराबर होंगे है उदों साडे कोले समीकरणों के अनेकां हल होंगे है और समीकरण जोड़ा संगत होंदा है और जोड़ा ग्राफ होंदा वो की होंदा संपाती रेखावां। तो इत्थे सानू की सीगा पहला क्वेश्चन आंसर है साडे कोले विलक्षण हल, दूसरा आंसर है कोई हल नहीं, तीसरा है असीमित हल। तो ये साडे कोले सही है, इसे नूं असीं अनेकां हल जां मैनी सलूशन कहने हैं। असीमित का मतलब होंदा है जिसकी कोई सीमा नहीं, बहुत सारी, ठीक है। तो तीनों अनुपात A1/A2 बराबर सी B1/B2 और बराबर आ गया C1/C2। जो ये कंडीशन होंदी है तो उदों समीकरण जोड़े दे अनेकां हल होंदे है। तो तीसरा ऑप्शन साडा राइट आंसर है। अज की क्लास दे विच बेटा आपां जो साडा 3rd चैप्टर सी उहदे आपां पहले 15 प्रश्न MCQ कीते और बाकी रहिंदे जिहड़े क्वेश्चन ने आपां नैक्सट वीडियो दे विच कवर करांगे। तो उम्मीद करते हैं जिहड़े अज तुहानूं क्वेश्चन बेटा समझाए वधिया समझ आए होणगे। तो अपने क्लासमेट्स नूं और अपने जिहड़े साथी स्टूडेंट आ उन्हां नूं वीडियो जरूर शेयर करा करो और जिहड़े बच्चे पहली बार चैनल नूं विजिट कर रहे हैं प्लीज़ चैनल नूं सबसक्राइब कर लो और जिहड़ा बैल दा नोटिफिकेशन उसनूं ऑन कर दो ताकि जदों असीं नवीं वीडियो लैके आईए तो जिहड़ा उहदा नोटिफिकेशन तुहाडे तक डायरैक्ट पहुँच सके। मिलते हैं अगली क्लास दे विच, धन्नवाद।